ਹਾਈ ਲੈਵਲ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਹਾ ਹਾਲੇ ਖਤਮ ਨਹੀਂ ਹੋਇਆ ਕਰੋਨਾ, ਨਜਿੱਠਣ ਦੇ ਲਈ ਰਹੋ ਤਿਆਰ, ਜਨਤਕ ਥਾਵਾਂ ਦੇ ਉੱਤੇ ਮਾਸਕ ਪਾਉਣਾ ਲਾਜ਼ਮੀ। ਕੋਰੋਨਾ ਦੇ ਖਤਰੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਅਲਰਟ, ਸੀਐਮ ਮਾਨ ਕੱਲ ਕਰਨਗੇ ਉੱਚ ਪੱਧਰੀ ਮੀਟਿੰਗ, ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਰਨਗੇ ਸਮੀਖਿਆ। ਕੋਰੋਨਾ ਦੇ ਵੱਧਦੇ ਖਤਰੇ ਨੂੰ ਲੈ ਕੇ ਆਈਐਮਏ ਦੇ ਵੱਲੋਂ ਹਦਾਇਤਾਂ ਜਾਰੀ, ਜਨਤਕ ਥਾਵਾਂ ਦੇ ਉੱਤੇ ਮਾਸਕ ਲਗਾਉਣ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਨੂੰ ਕਿਹਾ, ਜਨਤਕ ਸਮਾਗਮਾਂ ਦੇ ਵਿੱਚ ਜਾਣ ਤੋਂ ਪਰਹੇਜ਼ ਕਰਨ ਦੀ ਵੀ ਨਸੀਹਤ। ਸਿਹਤ ਮੰਤਰੀ ਦੀ ਚਿੱਠੀ ਦੇ ਉੱਤੇ ਰਾਹੁਲ ਗਾਂਧੀ ਦਾ ਜਵਾਬ, ਕਿਹਾ ਭਾਰਤ ਜੋੜੋ ਯਾਤਰਾ ਰੋਕਣ ਦੀ ਕੀਤੀ ਜਾ ਰਹੀ ਸਾਜ਼ਿਸ਼, ਕੋਵਿਡ ਨੂੰ ਦੱਸਿਆ ਬਹਾਨਾ, ਕਿਹਾ ਸਾਡੀ ਯਾਤਰਾ ਤੋਂ ਡਰੇ ਵਿਰੋਧੀ। ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਜ਼ਬਰਦਸਤ ਹੰਗਾਮਾ, ਮਾਹੌਲ ਵਿਗੜਦਾ ਦੇਖ ਮੇਅਰ ਨੇ ਸੱਦੇ ਮਾਰਸ਼ਲ, ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੂੰ ਮੀਟਿੰਗ ਦੇ ਵਿੱਚੋਂ ਕੱਢਿਆ ਬਾਹਰ ਤਾਂ ਆਮ ਆਦਮੀ ਪਾਰਟੀ ਨੇ ਮਾਰਸ਼ਲਾਂ ਨੂੰ ਦੱਸਿਆ ਬੀਜੇਪੀ ਦੇ ਗੁੰਡੇ। ਮੂਸੇਵਾਲਾ ਕਤਲ ਕੇਸ ਦੇ ਵਿੱਚ ਦੂਜੀ ਚਾਰਜਸ਼ੀਟ ਦਾਖਲ, 7 ਹੋਰ ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਦਾਇਰ, ਮੂਸੇਵਾਲਾ ਕਤਲ ਮਾਮਲੇ 'ਚ 31 ਮੁਲਜ਼ਮ ਨੇ ਨਾਮਜ਼ਦ। 24 ਦਸੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਮੈਗਾ ਪੀਟੀਐਮ, ਮੁੱਖ ਮੰਤਰੀ ਮਾਨ ਦਾ ਮਾਪਿਆਂ ਨੂੰ ਸੱਦਾ, ਸਰਕਾਰੀ ਮੁਲਾਜ਼ਮਾਂ ਨੂੰ 2 ਘੰਟੇ ਛੁੱਟੀ ਦਾ ਵੀ ਕੀਤਾ ਐਲਾਨ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਜਦੋਂ ਇੱਕ ਵਾਰ ਫਿਰ ਤੋਂ ਕਰੋਨਾ ਦੀ ਦਸਤਕ ਸੁਣਾਈ ਦੇਵੇ ਤੇ ਦੂਜੇ ਪਾਸੇ ਸਖਤੀ ਵੀ ਹੌਲੀ-ਹੌਲੀ ਹੁੰਦੀ ਹੋਈ ਨਜ਼ਰ ਆਵੇ, ਫਿਰ ਫਰਕ ਤਾਂ ਪੈਂਦਾ ਹੈ। ਜੀ ਆ ਮਾਸਕ ਇੱਕ ਵਾਰ ਮੁੜ ਤੋਂ ਆਂਦਾ ਨਜ਼ਰ ਆ ਰਿਹਾ ਹੈ ਤੇ ਸਭ ਦੇ ਵਿਚਾਲੇ ਵੱਡੀ ਖਬਰ ਹੈ ਕਿ 에ਅਰਪੋਰਟ ਦੇ ਉੱਤੇ ਸਖਤੀ ਕਰਨ ਜਾ ਰਹੀ ਹੈ ਹੁਣ ਕੇਂਦਰ ਦੀ ਸਰਕਾਰ। ਕੌਮਾਂਤਰੀ ਉਡਾਨਾਂ ਨੂੰ ਲੈ ਕੇ ਕੇਂਦਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਹਰ ਉਡਾਨ ਦੇ 2% ਮੁਸਾਫਰਾਂ ਦੇ ਰੈਂਡਮ ਟੈਸਟ ਹੋਣਗੇ। 24 ਦਸੰਬਰ ਨੂੰ ਸਵੇਰੇ 10 ਵਜੇ ਤੋਂ ਲਾਗੂ ਹੋਣਗੀਆਂ ਹਦਾਇਤਾਂ। ਸਿਹਤ ਮੰਤਰਾਲੇ ਦੇ ਵੱਲੋਂ ਕੇਂਦਰੀ ਹਵਾਈ ਮੰਤਰਾਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਨੇ। ਪ੍ਰਧਾਨ ਮੰਤਰੀ ਨੇ ਹਾਈ ਲੈਵਲ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਕੌਮਾਂਤਰੀ ਉਡਾਨਾਂ ਨੂੰ ਲੈ ਕੇ ਕੇਂਦਰ ਨੇ ਵੱਡਾ ਫੈਸਲਾ ਲਿਆ ਹੈ। 2% ਦਾ ਮਤਲਬ ਸਿੱਧਾ ਜਾਏ ਕਿ ਜੇਕਰ ਕਿਸੇ ਜਹਾਜ਼ ਦੇ ਵਿੱਚ 100 ਯਾਤਰੀ ਆ ਰਹੇ ਨੇ ਤਾਂ ਉਹਨਾਂ ਦੇ ਵਿੱਚੋਂ 2 ਕੋਈ ਵੀ ਹੋ ਸਕਦੇ ਨੇ, ਉਹ ਰੈਂਡਮ ਟੈਸਟ ਕਰਵਾਉਣ ਦੇ ਲਈ ਕਿਹਾ ਗਿਆ ਹੈ। 2 ਲੋਕਾਂ ਦਾ ਟੈਸਟ ਹੋਏਗਾ। ਜੇਕਰ 200 ਸਵਾਰੀਆਂ ਨੇ ਇੱਕ ਜਹਾਜ਼ ਦੇ ਵਿੱਚ ਤਾਂ ਫਿਰ ਘੱਟੋ ਘੱਟ 4 ਲੋਕਾਂ ਦਾ ਟੈਸਟ ਹੋਏਗਾ। 2% ਮਿਨੀਮਮ ਜਿਹੜਾ ਟੈਸਟ ਹਰ ਫਲਾਈਟ ਦੇ ਮੁਸਾਫਰਾਂ ਦਾ ਹੋਏਗਾ। ਤਾਂ ਹੁਣ ਉਸ ਦੇ ਨਾਲ ਇੱਕ ਤਰੀਕੇ ਨਾਲ ਇਹ ਦੇਖਣ ਦੀ ਕੋਸ਼ਿਸ਼ ਹੋਏਗੀ ਕਿ ਜੇਕਰ ਕੋਈ ਇੰਟਰਨੈਸ਼ਨਲ ਫਲਾਈਟ ਆਈ ਤੇ ਉਸ ਦੇ ਵਿੱਚੋਂ ਜਿਹੜੇ ਰੈਂਡਮ ਟੈਸਟ ਕੀਤੇ ਗਏ 2 4 5 10 ਲੋਕਾਂ ਦੇ, ਜਿੰਨੇ ਦੇ ਵੀ ਲੋਕਾਂ ਦੇ ਕੀਤੇ ਜਾਂਦੇ ਨੇ, ਕਿਉਂਕਿ ਘੱਟੋ ਘੱਟ 2% ਹੈ, ਉਸ ਤੋਂ ਜ਼ਿਆਦਾ ਵੀ ਟੈਸਟ ਹੋ ਸਕਦੇ ਨੇ। ਤਾਂ ਜੇਕਰ ਉਹ ਪੋਜ਼ਿਟਿਵ ਪਾਏ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਵਿੱਚ BF7 ਵੇਰੀਐਂਟ ਕਰੋਨਾ ਦਾ ਨਵਾਂ ਵਾਲਾ ਪਾਇਆ ਜਾਂਦਾ ਤਾਂ ਫਿਰ ਬਾਕੀ ਮੁਸਾਫਰਾਂ ਨੂੰ ਲੈ ਕੇ ਵੀ ਗਾਈਡਲਾਈਨਸ ਹੋਣਗੀਆਂ, ਉਹਨਾਂ ਦੇ ਵੀ ਟੈਸਟ ਫਿਰ ਕਰਵਾਏ ਜਾ ਸਕਦੇ ਨੇ। ਤਾਂ ਸਖਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ। ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹ ਰਹੇ ਹੋ ਜਾਂ ਫਿਰ ਵਿਦੇਸ਼ ਤੋਂ ਤੁਹਾਡਾ ਕੋਈ ਰਿਸ਼ਤੇਦਾਰ ਆ ਰਿਹਾ ਜਾਂ ਤੁਸੀਂ ਵਿਦੇਸ਼ ਤੋਂ ਭਾਰਤ ਆ ਰਹੇ ਹੋ ਤਾਂ ਤੁਹਾਡਾ ਕਰੋਨਾ ਟੈਸਟ ਹੋ ਸਕਦਾ ਹੈ, ਇਸ ਦਾ ਜ਼ਰੂਰ ਧਿਆਨ ਰੱਖਣਾ। ਉਧਰ ਦੇਸ਼ ਦੇ ਵਿੱਚ ਕਰੋਨਾ ਅਲਰਟ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਈ ਲੈਵਲ ਰਿਵਿਊ ਮੀਟਿੰਗ ਲਈ ਮੀਟਿੰਗ ਦੇ ਵਿੱਚ ਗ੍ਰਹਿ ਤੇ ਸਿਹਤ ਮੰਤਰਾਲੇ ਦੇ ਮੰਤਰੀ, ਅਧਿਕਾਰੀਆਂ ਸਣੇ ਨੀਤੀ ਆਯੋਗ ਦੇ CEO ਵੀ ਸ਼ਾਮਲ ਹੋਏ। ਇਹ ਮੀਟਿੰਗ ਕਰੀਬ 2 ਘੰਟੇ ਤੱਕ ਚੱਲੀ। ਮੀਟਿੰਗ ਤੋਂ ਬਾਅਦ ਕਰੋਨਾ ਦੀ ਸਥਿਤੀ ਦੇ ਉੱਤੇ ਕਰੜੀ ਨਿਗਰਾਨੀ ਰੱਖਣ, ਬਜ਼ੁਰਗਾਂ ਦੇ ਟੀਕਾਕਰਨ ਦੇ ਉੱਤੇ ਧਿਆਨ ਦੇਣ ਦੇ ਹੁਕਮ ਦਿੱਤੇ ਗਏ। ਨਾਲ ਹੀ 에ਅਰਪੋਰਟ ਦੇ ਉੱਤੇ ਵੀ ਬਾਹਰ ਤੋਂ ਆਉਣ ਵਾਲੇ ਮੁਸਾਫਰਾਂ ਦੀ ਕਰੜੀ ਨਿਗਰਾਨੀ ਕੀਤੇ ਜਾਣ ਅਤੇ ਜੀਨੋਮ ਸੀਕੁਐਂਸਿੰਗ ਅਤੇ ਟੈਸਟਿੰਗ ਦੇ ਉੱਤੇ ਧਿਆਨ ਦੇਣ ਦੀ ਗੱਲ ਕਹੀ ਗਈ। ਸਰਕਾਰ ਦੇ ਵੱਲੋਂ ਮਾਸਕ ਪਾਉਣਾ ਫਿਲਹਾਲ ਜ਼ਰੂਰੀ ਨਹੀਂ ਕੀਤਾ ਗਿਆ ਹੈ। ਹਾਂ, ਭੀੜ-ਭਾੜ ਵਾਲੇ ਇਲਾਕਿਆਂ ਦੇ ਵਿੱਚ ਮਾਸਕ ਪਾਉਣ ਦੀ ਸਲਾਹ ਜ਼ਰੂਰ ਦਿੱਤੀ ਗਈ ਹੈ। ਉਧਰ ਚੀਨ ਤੋਂ ਪਰਤੇ ਗੁਜਰਾਤ ਦੇ ਭਾਵਨਗਰ ਸ਼ਹਿਰ ਦੇ ਇੱਕ ਕਾਰੋਬਾਰੀ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਸਿਹਤ ਵਿਭਾਗ ਅਲਰਟ ਹੈ। ਕਾਰੋਬਾਰੀ ਦੀ ਰੈਪਿਡ ਟੈਸਟ ਤੋਂ ਬਾਅਦ ਰਿਪੋਰਟ ਪੋਜ਼ਿਟਿਵ ਆਈ ਸੀ। ਹੁਣ ਸੈਂਪਲ ਜੀਨੋਮ ਸੀਕੁਐਂਸਿੰਗ ਦੇ ਲਈ ਗਾਂਧੀਨਗਰ ਭੇਜਿਆ ਗਿਆ ਹੈ। ਕਾਰੋਬਾਰੀ ਦੇ ਸੰਪਰਕ ਦੇ ਵਿੱਚ ਆਏ ਲੋਕਾਂ ਦੀ ਪਛਾਣ ਕਰਕੇ ਉਹਨਾਂ ਦਾ ਵੀ ਟੈਸਟ ਕਰਵਾਇਆ ਜਾ ਰਿਹਾ ਹੈ। ਤਾਂ ਸਖਤੀ ਤਾਂ ਇੱਕ ਵਾਰ ਫਿਰ ਤੋਂ ਹੁੰਦੀ ਹੋਈ ਨਜ਼ਰ ਆ ਰਹੀ ਹੈ। ਕਰੋਨਾ ਦੇ ਕੇਸਿਸ ਹਾਲਾਂਕਿ ਦੇਸ਼ ਦੇ ਵਿੱਚ BF.7 ਇਹ ਜਿਹੜਾ ਵੇਰੀਐਂਟ ਹੈ ਉਸਦੇ ਕੇਸਿਸ ਜ਼ਿਆਦਾ ਨਹੀਂ ਨੇ, ਪਰ ਚੀਨ ਦੇ ਵਿੱਚ ਜੋ ਤਬਾਹੀ ਹੋਈ ਉਸ ਦੀ ਵਜ੍ਹਾ ਦੇ ਨਾਲ ਇhtiyatan ਕਦਮ ਚੁੱਕੇ ਜਾ ਰਹੇ ਨੇ।
ਉਧਰ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਦੇ ਵਿੱਚ ਕਰੋਨਾ ਅਲਰਟ ਦਾ ਅਸਰ ਵੀ ਨਜ਼ਰ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕ ਲਗਾ ਕੇ ਪਾਰਲੀਮੈਂਟ ਪਹੁੰਚੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਵੀ ਮਾਸਕ ਲਗਾਏ ਹੋਏ ਨਜ਼ਰ ਆਏ। ਕਈ ਐਮਪੀ ਅਜਿਹੇ ਵੀ ਦਿਖੇ ਜਿਨ੍ਹਾਂ ਨੇ ਮਾਸਕ ਨਹੀਂ ਲਗਾਇਆ ਸੀ। ਓਮ ਬਿਰਲਾ ਨੇ ਸਾਰੇ ਐਮਪੀਜ਼ ਨੂੰ ਕੋਰੋਨਾ ਨੂੰ ਲੈ ਕੇ ਸਤਰਕਤਾ ਵਰਤਣ ਦੀ ਅਪੀਲ ਕੀਤੀ। मेरा आप सभी माननीय सदस्यों आग्रह है, हम सभी उन सुरक्षा उपायों का पालन करें, मास्क का प्रयोग करें तथा इस संबंध में जन जागरूकता फैलाने में अपना योगदान दें। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਦੋਵੇਂ ਸਦਨਾਂ ਦੇ ਵਿੱਚ ਕੋਰੋਨਾ ਨੂੰ ਲੈ ਕੇ ਬਿਆਨ ਦਿੱਤਾ। प्रिकॉशन डोज की अहमियत के प्रति जागरूकता लाने के लिए भी कदम उठाना चाहिए। ਚੀਨ ਦੀ ਹਾਲਤ ਬੇहद ਖਰਾਬ ਹੈ। ਚੀਨ ਤੋਂ ਇਲਾਵਾ ਹੋਰ ਵੀ ਦੇਸ਼ਾਂ ਦੇ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਨੇ ਜੋ ਕਿਤੇ ਨਾ ਕਿਤੇ ਚਿੰਤਾ ਨੂੰ ਹੋਰ ਵੀ ਵਧਾ ਰਹੇ ਨੇ। ਖੈਰ ਸਖਤੀ ਦੇ ਵਿਚਾਲੇ ਜਦੋਂ ਖੁਦ ਪ੍ਰਧਾਨ ਮੰਤਰੀ ਨਿਯਮਾਂ ਦਾ ਪਾਲਣ ਕਰਨ ਤੇ ਪਾਰਲੀਮੈਂਟ ਦੇ ਵਿੱਚ ਵੀ ਮਾਸਕ ਲਗਾ ਕੇ ਪਹੁੰਚਣ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦਿਆਂ ਤੇ ਗੱਲ ਹੋਵੇਗੀ ਸਖਤੀ ਦੀ, ਕਿਉਂਕਿ ਕੋਰੋਨਾ ਦੇ ਕੇਸਿਸ ਵੱਧ ਰਹੇ ਨੇ। ਚੀਨ ਦੇ ਵਿੱਚ ਕੀ ਕੁਝ ਹਾਲਾਤ ਨੇ ਉਹ ਤੁਹਾਨੂੰ ਅੱਗੇ ਦਿਖਾਵਾਂਗੇ, ਪਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਚੀਨ ਤੋਂ ਆਉਣ ਵਾਲੀਆਂ ਫਲਾਈਟਸ ਦੇ ਉੱਤੇ ਫੌਰੀ ਪ੍ਰਭਾਵ ਦੇ ਨਾਲ ਰੋਕ ਲਗਾਉਣ ਦੀ ਮੰਗ ਕੀਤੀ ਪਾਰਲੀਮੈਂਟ ਦੇ ਵਿੱਚ। में कहावत है प्रिकॉशन इज बेटर देन क्योर। अगर हम ਰਾਘਵ ਚੱਡਾ ਨੇ ਰਾਜ ਸਭਾ ਦੇ ਵਿੱਚ ਕਿਹਾ ਕਿ ਚੀਨ ਦੇ ਹਾਲਾਤ ਬਹੁਤ ਖਰਾਬ ਹੋ ਗਏ ਨੇ, ਇਸ ਲਈ ਭਾਰਤ ਨੂੰ ਇਹਤਿਆਤ ਦੇ ਤੌਰ ਦੇ ਉੱਤੇ ਉਡਾਨਾਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ। अंग्रेजी में कहावत है प्रिकॉशन इज बेटर देन क्योर। अगर हम चाइना से आने वाली फ्लाइट्स को बैन कर दें, उस पर रोक लगा दें, तो कम से कम जो सबसे ज्यादा इफेक्टेड कंट्री है वहां से आवाजाही बंद हो जाएगी, तो बहुत चीजें प्रिवेंट हो सकती हैं। ਚੀਨ ਦੇ ਵਿੱਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੀ ਬਿਆਨ ਆਇਆ। ਮੰਤਰਾਲੇ ਦੇ ਵੱਲੋਂ ਹੁਣ ਤੱਕ ਕੋਈ ट्रैवल एडवाइजरी जारी नहीं की गई है। चाइना में जो हो रहा है, मैंने जैसे कहा, हम करीब से नज़र बनाए रखे हुए हैं और ट्रैवल रेगुलेशंस में अगर कोई अपडेट हो बताएंगे। और एडवाइजरी की भी हमारी तरफ से भी कोई एडवाइजरी जारी नहीं हुई है। हमारी अपेक्षा यही रही कि जो भी कोई रहता है किसी देश में, वहाँ के हेल्थ गाइडलाइंस जो भी हों उनको वो पूरी तरह मानकर चले। ਵਿਦੇਸ਼ ਮੰਤਰਾਲੇ ਦੇ ਵੱਲੋਂ ਫਿਲਹਾਲ ਫਲਾਈਟ ਨੂੰ ਰੋਕਣ ਦੇ ਹੁਕਮ ਤਾਂ ਜਾਰੀ ਨਹੀਂ ਹੋਏ, ਪਰ 에ਅਰਪੋਰਟ ਦੇ ਉੱਤੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਰੈਂਡਮ ਸੈਂਪਲਿੰਗ ਦੇ ਹੁਕਮ ਸਿਹਤ ਵਿਭਾਗ ਦੇ ਵੱਲੋਂ ਜ਼ਰੂਰ ਦੇ ਦਿੱਤੇ ਗਏ ਨੇ। ਉਧਰ ਰਾਹੁਲ ਗਾਂਧੀ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਗਿਆ ਸੀ ਕਿ ਤੁਸੀਂ ਆਪਣੀ ਯਾਤਰਾ ਰੋਕ ਦਿਵੋ, ਪਰ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਰੋਕਣ ਤੋਂ ਇਨਕਾਰ ਕਰ ਦਿੱਤਾ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਨਵਾਂ ਫਾਰਮੂਲਾ ਕੱਢਿਆ ਹੈ। ਮੈਨੂੰ ਚਿੱਠੀ ਲਿਖ ਕੇ ਕਿਹਾ ਗਿਆ ਕਿ ਮਾਸਕ ਲਗਾਓ, ਕੋਵਿਡ ਫੈਲ ਰਿਹਾ ਹੈ, ਇਹ ਸਭ ਯਾਤਰਾ ਰੋਕਣ ਦੇ ਬਹਾਨੇ ਨੇ। मतलब अब देखिए, अब यात्रा को रोकने के लिए बहाने बन रहे हैं, बहाने बन रहे हैं। मास्क पहनो, यात्रा बंद करो, कोविड फैल रहा है, सब बहाने हैं। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ 20 ਦਸੰਬਰ ਨੂੰ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਸੀ। ਉਹਨਾਂ ਨੇ ਰਾਹੁਲ ਤੋਂ ਯਾਤਰਾ ਰੋਕਣ ਦੀ ਅਪੀਲ ਕੀਤੀ ਸੀ। ਤਾਂ ਰਾਹੁਲ ਗਾਂਧੀ ਨੇ ਸਾਫ਼ ਕਰ ਦਿੱਤਾ ਕਿ ਉਹ ਯਾਤਰਾ ਨਹੀਂ ਰੋਕਣਗੇ, ਤਾਂ ਬੀਜੇਪੀ ਦੇ ਉੱਤੇ ਉੱਭਰਦੇ ਹੋਏ ਵੀ ਨਜ਼ਰ ਆਏ। ਖੈਰ ਇਸ ਸਭ ਦੇ ਵਿਚਾਲੇ ਠੰਡ ਦੇ ਮੌਸਮ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਟੀ-ਸ਼ਰਟ ਦੇ ਵਿੱਚ ਯਾਤਰਾ ਕਰਨ ਦੇ ਉੱਤੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਤੰਜ ਕੱਸਿਆ ਹੈ। राहुल गांधी जी हमारे बीच में आ ਜੇਪੀ गए। ਦਲਾਲ ਨੇ बहुत ਕਿਹਾ बहुत ਕਿ ਰਾਹੁਲ ਗਾਂਧੀ ਨੂੰ ਦੇਸ਼ ਹਿੱਤ ਦੇ ਵਿੱਚ ਦੱਸਣਾ ਚਾਹੀਦਾ ਹੈ ਕਿ ਉਹ ਕਿਹੜੀ ਦਵਾਈ ਖਾਂਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਠੰਡ ਨਹੀਂ ਲੱਗਦੀ, ਜਿਸ ਦੇ ਨਾਲ ਠੰਡੇ ਇਲਾਕਿਆਂ ਦੇ ਵਿੱਚ ਦੇਸ਼ ਦੀ ਸੇਵਾ ਕਰ ਰਹੀ ਫੌਜ ਨੂੰ ਉਸ ਦਾ ਫਾਇਦਾ ਹੋ ਸਕੇ। ਖੈਰ ਹਰਿਆਣਾ ਦੇ ਵਿੱਚ ਐਂਟਰ ਹੋਈ ਹੈ ਦਿੱਲੀ। ਹਰਿਆਣਾ ਦੇ ਵਿੱਚ ਇਸ ਸਮੇਂ ਰਾਹੁਲ ਗਾਂਧੀ ਦੀ ਯਾਤਰਾ ਹੈ, ਤਾਂ ਟੀ-ਸ਼ਰਟ ਪਾ ਕੇ ਨਜ਼ਰ ਆਏ। ਨਾਰਥ ਇੰਡੀਆ ਦੇ ਵਿੱਚ, ਉੱਤਰ ਭਾਰਤ ਦਾ ਆਪਾਂ ਜ਼ਿਕਰ ਕਰਦੇ ਹਾਂ ਤਾਂ ਜ਼ਬਰਦਸਤ ਇਸ ਸਮੇਂ ਠੰਡ ਹੈ। ਪੰਜਾਬ ਦੇ ਵਿੱਚ, ਹਰਿਆਣਾ 'ਚ, ਦਿੱਲੀ 'ਚ, ਤਾਂ ਪੂਰੇ ਇਲਾਕਿਆਂ ਦੇ ਵਿੱਚ ਇਸ ਵਿਚਾਲੇ ਲੋਕ ਜੈਕਟਸ ਪਾ ਕੇ ਘੁੰਮ ਰਹੇ ਨੇ। ਇਨਫੈਕਟ ਰਾਹੁਲ ਗਾਂਧੀ ਨਾਲ ਜਿਹੜੇ ਲੋਕ ਨਜ਼ਰ ਆ ਰਹੇ ਨੇ, ਜੇਕਰ ਤੁਸੀਂ ਦੇਖੋ ਤਾਂ ਉਹ ਜ਼ਰੂਰ ਸਵੈਟਰ ਜਾਂ ਫਿਰ ਗਰਮ ਕੱਪੜੇ ਪਾਏ ਹੋਏ ਨਜ਼ਰ ਆ ਰਹੇ ਨੇ। ਰਾਹੁਲ ਗਾਂਧੀ ਟੀ-ਸ਼ਰਟ ਦੇ ਵਿੱਚ ਨਜ਼ਰ ਆਏ ਤਾਂ ਜੇਪੀ ਦਲਾਲ ਤੰਜ ਕੱਸਦੇ ਦਿਖੇ ਨੇ। जहाँ जहाँ जाता हूँ एक चीज़ का सवाल जरूर पूछते हैं कि सर्दी के मौसम में ऐसे कौन सी दवाई राहुल जी खाते हैं कि एक टी शर्ट में वो ठंड नहीं लगती। अगर ये फार्मूला हमारे सैनिकों में जो हिमालय पर रहते हैं उनको भी मिल जाए तो बड़ा अच्छा वो योगदान होगा उनका भी देश के प्रति। बाकी लोग मैं देखता हूँ कि सब सर्दी में गर्म कपड़ों में रहते हैं और वो अकेले ऐसे नेता हैं
जो इतनी ठिठुरती हुई सर्दी में भी टी शर्ट में रहते हैं, तो ज़रूर उनके पास कोई फार्मूला होगा, वो देश की सेना को उनको दें। ਕਿ ਰਾਹੁਲ ਗਾਂਧੀ ਦੀ ਟੀ-ਸ਼ਰਟ ਖੂਬ ਚਰਚਾ ਦੇ ਵਿੱਚ ਹੈ। ਭਾਰਤ ਜੋੜੋ ਯਾਤਰਾ ਦੇ ਦੌਰਾਨ ਤੁਹਾਨੂੰ ਯਾਦ ਹੋਏਗਾ ਸ਼ੁਰੂਆਤ ਦੇ ਵਿੱਚ ਜਦੋਂ ਯਾਤਰਾ ਉਹਨਾਂ ਨੇ ਸ਼ੁਰੂਆਤ ਕੀਤੀ ਤਾਂ ਉਸ ਸਮੇਂ ਟੀ-ਸ਼ਰਟ ਦੇ ਰੇਟ ਨੂੰ ਲੈ ਕੇ ਕਿ ਬਹੁਤ ਮਹਿੰਗੀ ਟੀ-ਸ਼ਰਟ ਪਾਈ ਹੋਈ ਹੈ ਤਾਂ ਵਿਵਾਦ ਹੋਇਆ ਤੇ ਹੁਣ ਵਿਵਾਦ ਠੰਡ ਦੇ ਮੌਸਮ 'ਚ ਹਾਫ ਬਾਜ਼ੂ ਟੀ-ਸ਼ਰਟ ਪਾਉਣ ਦੇ ਉੱਤੇ ਵੀ ਹੋ ਰਿਹਾ, ਤੰਜ ਕੱਸਿਆ ਜਾ ਰਿਹਾ ਹੈ ਵਿਰੋਧੀਆਂ ਵੱਲੋਂ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਨਚੇਤ ਦਿੱਲੀ 에ਅਰਪੋਰਟ ਦਾ ਦੌਰਾ ਕੀਤਾ। ਉੱਥੇ ਜੋ ਪੰਜਾਬੀ ਲੋਕ ਸੀ ਜੋ ਟਰੈਵਲ ਕਰ ਰਹੇ ਸੀ ਉਸ ਦੀ ਤਿਆਰੀ ਦੇ ਵਿੱਚ ਸੀ, ਉਹਨਾਂ ਦੇ ਨਾਲ ਗੱਲਬਾਤ। ਤੇ ਸੀਐਮ ਮਾਨ ਨੇ ਹਵਾਈ ਅੱਡੇ ਤੇ ਪੰਜਾਬੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ। ਸੀਐਮ ਮਾਨ 에ਅਰਪੋਰਟ ਦੇ ਅੰਦਰ ਪੰਜਾਬੀ ਯਾਤਰੀਆਂ ਨੂੰ ਮਿਲੇ ਤੇ ਉਹਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਸੁਣੀਆਂ। ਹਾਲਾਂਕਿ ਇਸ ਦੌਰਾਨ ਉਹਨਾਂ ਦੇ ਨਾਲ ਸੈਲਫੀ ਲੈਣ ਵਾਲਿਆਂ ਦੀ ਵੀ ਭੀੜ ਲੱਗੀ ਰਹੀ। बैक साइड हम कर दो जाइए। ਸੀਐਮ ਮਾਨ ਨੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਜਲਦ ਪੰਜਾਬ ਹੈਲਪ ਡੈਸਕ ਬਣਾਉਣ ਦਾ ਐਲਾਨ ਵੀ ਕੀਤਾ ਹੈ, ਜਿੱਥੇ ਪੰਜਾਬੀਆਂ ਨੂੰ ਸਫ਼ਰ ਦੌਰਾਨ ਆਉਣ ਵਾਲੀਆਂ ਦਿੱਕਤਾਂ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਸੀਐਮ ਮਾਨ ਨੇ ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਚੱਲਦੀਆਂ ਪੀਆਰਟੀਸੀ ਦੀਆਂ ਵੋਲਵੋ ਬੱਸਾਂ ਦਾ ਵੀ ਫੀਡਬੈਕ ਜਾਣਿਆ। ਕਿ ਜਦੋਂ ਮੁੱਖ ਮੰਤਰੀ ਖੁਦ ਫੀਡਬੈਕ ਲੈਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੇ ਸੇਵਾ ਸੈਂਟਰਾਂ ਦੇ ਵਿੱਚ ਸਰਵਿਸ ਚਾਰਜ ਲਗਾਉਣ ਦੇ ਖਿਲਾਫ ਜੰਮ ਕੇ ਹੰਗਾਮਾ ਕੀਤਾ ਔਰ ਨਿਗਮ ਦੇ ਦਫ਼ਤਰ ਦੇ ਅੰਦਰ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਔਰ ਇਸ ਹੰਗਾਮੇ ਦੇ ਵਿਚਾਲੇ ਮਾਰਸ਼ਲਸ ਨੂੰ ਸੱਦ ਕੇ ਜਿਹੜੇ ਕੌਂਸਲਰ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਬਾਹਰ ਵੀ ਕਢਵਾ ਦਿੱਤਾ। ਤੇ ਨਗਰ ਨਿਗਮ ਦੀ ਬੈਠਕ ਹੰਗਾਮੇ ਦੇ ਨਾਲ ਸ਼ੁਰੂ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਹਾਊਸ ਦੇ ਵਿੱਚ ਤੈਨਾਤ ਮਾਰਸ਼ਲਾਂ ਨੇ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੂੰ ਜ਼ਬਰਦਸਤੀ ਹਾਊਸ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਵਾਧੂ ਚਾਰਜਾਂ ਦੇ ਖਿਲਾਫ ਹੱਥਾਂ ਦੇ ਵਿੱਚ ਬੋਰਡ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਤੇ ਜਿਵੇਂ ਹੀ ਨਗਰ ਨਿਗਮ ਦੀ ਬੈਠਕ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਆਗੂ ਵੈਲ ਦੇ ਵਿੱਚ ਆ ਗਏ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਹੱਲਾ ਬੋਲਿਆ। ਆਮ ਆਦਮੀ ਪਾਰਟੀ ਦੇ ਕੌਂਸਲਰਸ ਨੇ ਮਾਰਸ਼ਲਾਂ ਨੂੰ ਗੁੰਡੇ ਤੱਕ ਕਹਿ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਹੋਰ ਵੱਧ ਗਿਆ। कोई लड़ाई झगड़ा नहीं कर रहे, हम अपनी मांगों के लिए खड़े होकर अपने हक की आवाज, लोगों को पब्लिक के हक की आवाज उठा रहे थे। इन्होंने क्या किया, बिना वर्दी के, बिना अनाउंसमेंट को मार्शल आके फिर उन्होंने फटाफट अपनी आइडेंटिटी कार्ड मार्शल लिख के उनको लगा दिया। आज हम बिल्कुल शांति में रहे, हम किसी से लड़ रहे नहीं, कुछ किसी को गलत नहीं कह रहे थे। बहुत जबरदस्ती हमें चार लोगों ने उठा के जबरदस्ती धक्के से उठा के ले आया। ਦੱਸ ਦਈਏ ਕਿ ਹਾਲ ਹੀ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸ਼ਹਿਰ ਦੇ ਸੇਵਾ ਸੈਂਟਰਾਂ ਦੇ ਵਿੱਚ 18 ਸੇਵਾਵਾਂ ਤੇ ਪ੍ਰਤੀ ਟ੍ਰਾਂਜੈਕਸ਼ਨ 20 ਤੋਂ 25 ਰੁਪਏ ਚਾਰਜ ਵਸੂਲਣ ਦੇ ਹੁਕਮ ਦਿੱਤੇ ਗਏ ਨੇ, ਜਿਸ ਦੇ ਖਿਲਾਫ ਵਿਰੋਧੀ ਧਿਰਾਂ ਮੈਦਾਨ ਦੇ ਵਿੱਚ ਨੇ। ਤਾਂ ਖੂਬ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਔਰ ਇਸ ਹੰਗਾਮੇ ਦੇ ਵਿਚਾਲੇ ਮਾਰਸ਼ਲਸ ਵੀ ਐਕਸ਼ਨ ਦੇ ਵਿੱਚ ਨਜ਼ਰ ਆਏ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਸਾਡਾ ਅੱਜ ਦਾ ਸਵਾਲ ਇਸ ਹੰਗਾਮੇ ਦੇ ਨਾਲ ਹੀ ਜੁੜਿਆ ਹੋਇਆ ਹੈ ਕਿਉਂਕਿ ਮੇਅਰ ਨੇ ਮਾਰਸ਼ਲ ਸੱਦੇ, ਹੰਗਾਮਾ ਹੋਇਆ ਤੇ ਸਵਾਲ ਸਾਡਾ ਅੱਜ ਦਾ ਚੰਡੀਗੜ੍ਹ ਦੇ ਮੇਅਰ ਦੇ ਨਾਲ ਹੀ ਜੁੜਿਆ ਹੋਇਆ। ਚੰਡੀਗੜ੍ਹ ਦੇ ਪਹਿਲੇ ਮੇਅਰ ਕੌਣ ਸਨ? ਇਹ ਅੱਜ ਦਾ ਸਵਾਲ ਹੈ। 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ। ਆਪਸ਼ਨ A ਕੇਵਲ ਕ੍ਰਿਸ਼ਨ, B ਰਾਜਕੁਮਾਰ ਗੋਇਲ, C ਕਮਲਾ ਸ਼ਰਮਾ ਜਾਂ ਫਿਰ D ਪਵਨ ਬੰਸਲ। ਤਾਂ ਚੰਡੀਗੜ੍ਹ ਦੇ ਪਹਿਲੇ ਮੇਅਰ ਕੌਣ ਸੀ? ਇਹ ਅੱਜ ਦਾ ਸਵਾਲ ਤੇ ਇਸ ਦਾ ਜਵਾਬ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਦੌਰਾਨ ਹੀ ਪੂਰੀ ਜਾਣਕਾਰੀ ਦੇ ਨਾਲ ਦਵਾਂਗੇ। ਅਗਲੀ ਖਬਰ ਵੀ ਚੰਡੀਗੜ੍ਹ ਤੋਂ ਹੀ ਹੈ, ਜਿੱਥੇ ਯੂਥ ਕਾਂਗਰਸ ਦੇ ਵੱਲੋਂ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਦੇ ਲਾਪਤਾ ਦੇ ਪੋਸਟਰ ਲਗਾ ਦਿੱਤੇ ਗਏ। ਤੇ ਮਿਸਿੰਗ ਕਿਰਨ ਖੇਰ ਦੇ ਪੋਸਟਰ ਰੇਲਵੇ ਸਟੇਸ਼ਨ ਦੀਆਂ ਕੰਧਾਂ ਦੇ ਉੱਤੇ ਲਗਾਏ ਗਏ ਤੇ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀਆਂ ਦਾ ਇਲਜ਼ਾਮ ਹੈ ਕਿ ਉਹ ਕਈ ਦਿਨ ਤੋਂ ਸਟੇਸ਼ਨ ਤੇ ਪਿਕ ਐਂਡ ਡ੍ਰੌਪ ਦੇ ਲਈ ਲਗਾਏ ਜਾ ਰਹੇ ਓਵਰ ਚਾਰजेस ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ, ਪਰ ਕਿਰਨ ਖੇਰ ਉਹਨਾਂ ਦੀ ਸਾਰ ਤੱਕ ਲੈਣ ਨਹੀਂ ਆਏ। 6 ਦਿਨ ਹੋ ਗਏ ਸਾਡਾ ਨੌਜਵਾਨ ਸਾਥੀ ਯੂਥ ਕਾਂਗਰਸ ਦਾ ਪ੍ਰਧਾਨ ਇੱਥੇ ਮਰਨ ਵਰਤ ਤੇ ਬੈਠਾ ਹੋਇਆ। ਅਥਾਰਟੀ ਨੇ ਤਾਂ ਕੀ ਆਣਾ ਸੀ, ਬੀਜੇਪੀ ਦਾ ਵੀ ਕੋਈ ਲੀਡਰ, ਇੰਨੀ ਇਨਸੈਂਸਿਟਿਵਿਟੀ। ਯੂਥ ਕਾਂਗਰਸ ਦੇ ਆਗੂਆਂ ਦੇ ਮੁਤਾਬਕ ਰੇਲਵੇ ਸਟੇਸ਼ਨ ਤੇ ਯਾਤਰੀ ਛੱਡਣ ਆਏ ਲੋਕਾਂ ਤੋਂ 200 ਰੁਪਏ ਤੋਂ 1000 ਰੁਪਏ ਤੱਕ ਦਾ ਚਾਰਜ ਵਸੂਲਿਆ ਜਾਂਦਾ ਹੈ, ਜੋ ਕਿ ਆਮ ਲੋਕਾਂ ਦੇ ਨਾਲ ਸਰਾਸਰ ਧੱਕਾ ਹੈ।
ਰੇਲਵੇ ਦੀ ਟਿਕਟ 50 ਰੁਪਏ ਦੀ ਤੇ ਪਿਕ ਐਂਡ ਡ੍ਰੌਪ 200 ਰੁਪਏ ਦੀ। ਬਜ਼ੁਰਗ ਬੰਦੇ 80 ਸਾਲ ਦੇ 5 ਸਾਲ ਦੇ ਬੱਚੇ हैंडीकैप लोग परेशान हो रहे हैं। 25 30 किलो वजन ਚੱਕੀ ਫਿਰ ਰਹੇ, 1.5 ਕਿਲੋਮੀਟਰ ਉਹਨਾਂ ਨੂੰ ਚੱਲਣਾ ਪੈ ਰਿਹਾ। ਇਹਨਾਂ ਨੂੰ ਕੋਈ ਸੁੱਧ ਲੈਣ ਵਾਲਾ ਹੀ ਨਹੀਂ। ਦੱਸ ਦਈਏ ਕਿ ਰੇਲਵੇ ਸਟੇਸ਼ਨ ਤੇ ਆਏ ਲੋਕਾਂ ਨੂੰ ਪਿਕ ਐਂਡ ਡ੍ਰੌਪ ਦੇ ਲਈ 6 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ 15 ਮਿੰਟ ਦੇ ਲਈ 50 ਰੁਪਏ ਚਾਰਜ ਕੀਤੇ ਜਾਂਦੇ ਨੇ ਅਤੇ ਜੇਕਰ ਤੁਹਾਡੀ ਗੱਡੀ ਨੂੰ ਰੇਲਵੇ ਸਟੇਸ਼ਨ ਦੇ ਵਿੱਚ 15 ਤੋਂ 30 ਮਿੰਟ ਲੱਗਦੇ ਨੇ ਤਾਂ ਇਸ ਲਈ 200 ਰੁਪਏ ਵਸੂਲੇ ਜਾਂਦੇ ਨੇ। ਖੈਰ ਜੇਕਰ ਕੋਈ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਗਿਆ ਤੇ 15 ਮਿੰਟ ਤੋਂ ਅੱਧਾ ਘੰਟਾ ਲੱਗ ਗਿਆ ਤੇ 200 ਰੁਪਏ ਦੇਣੇ ਹੀ ਪਏ ਤਾਂ ਉਹ ਬਖੂਬੀ ਸਮਝ ਰਿਹਾ ਹੋਏਗਾ ਕਿ ਕਿੰਨੇ ਜ਼ਿਆਦਾ ਚਾਰजेस ਨੇ। ਆਮ ਤੌਰ ਤੇ 에ਅਰਪੋਰਟ ਦੀ ਪਾਰਕਿੰਗ ਦੇ ਵਿੱਚ ਇਸ ਤਰੀਕੇ ਨਾਲ ਪੈਸੇ ਲਏ ਜਾਂਦੇ ਨੇ। ਉਧਰ ਪੰਚਕੂਲਾ ਤੋਂ ਹਰਿਆਣਾ ਵਿਧਾਨ ਸਭਾ ਦੇ ਘਿਰਾਵ ਨੂੰ ਨਿਕਲੇ ਕਿਸਾਨਾਂ ਨੂੰ ਚੰਡੀਗੜ੍ਹ ਬਾਰਡਰ ਦੇ ਉੱਤੇ ਹੀ ਰੋਕ ਲਿਆ ਗਿਆ। ਪੰਚਕੂਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਭਗਤ ਸਿੰਘ ਦੇ ਬੈਨਰ ਦੇ ਹੇਠਾਂ ਸੈਂਕੜੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਲਈ ਨਿਕਲ ਪਏ ਸਨ। ਪੰਚਕੂਲਾ ਪੁਲਿਸ ਨੇ ਹਾਊਸਿੰਗ ਬੋਰਡ ਦੇ ਉੱਤੇ ਬੈਰੀਕੇਡਿੰਗ ਕਰਕੇ ਸਾਰੇ ਕਿਸਾਨਾਂ ਨੂੰ ਰੋਕ ਦਿੱਤਾ ਤਾਂ ਬਾਰਡਰ ਦੇ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ। ਪੁਲਿਸ ਨੇ ਬੈਰੀਕੇਡਸ ਲਗਾ ਕੇ ਰਾਹ ਰੋਕਿਆ ਤਾਂ ਕਿਸਾਨ ਉੱਥੇ सड़क ਦੇ ਉੱਤੇ ਧਰਨਾ ਲਗਾ ਕੇ बैठ गए। हमारा समझौते का रिमाइंडर करवाने के लिए और आगे हरियाणा प्रदेश की जो दूसरी मांग है सभी मुद्दों को लेकर के हम आगे सरकार से हमारी मीटिंग हो, वो भी हमारी मांग होगी नजदीक। ਕਿਸਾਨਾਂ ਦੇ ਇੱਕ ਵਫਦ ਜਿਸ ਦੇ ਵਿੱਚ 10 ਕਿਸਾਨ ਸ਼ਾਮਲ ਸਨ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ACS ਐਗਰੀਕਲਚਰ ਵਰਿੰਦਰ ਸਿੰਘ ਕੁੰਡੂ ਦੇ ਨਾਲ ਮੁਲਾਕਾਤ ਲਈ ਸੱਦਿਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਭਰੋਸਾ ਮਿਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਸੜਕ ਨੂੰ ਖਾਲੀ ਕੀਤਾ। ਧਰਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਇਹ ਹਰਿਆਣਾ ਦੇ ਕਿਸਾਨ ਪਹੁੰਚੇ ਹੋਏ ਸਨ ਜੋ ਅੱਗੇ ਵਧਣਾ ਚਾਹ ਰਹੇ ਸੀ। ਅਗਲੀ ਖਬਰ ਹੈ ਬਰਨਾਲਾ ਤੋਂ। ਬਰਨਾਲਾ ਦੇ ਵਿੱਚ ਗਰੀਬਾਂ ਨੂੰ ਸਰਕਾਰੀ ਰਾਸ਼ਨ ਲੈਣ ਦੇ ਲਈ ਉਹਨਾਂ ਦਾ ਹੱਕ ਹੈ। ਕਈ ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਵੀ ਰਾਸ਼ਨ ਮਿਲੇ ਜਾਂ ਨਾ ਕੋਈ ਗਾਰੰਟੀ ਨਹੀਂ। ਇਹ ਜਿਹੜੀਆਂ ਕਤਾਰਾਂ ਦੇਖ ਰਹੇ ਹੋ ਤੁਸੀਂ ਇਹ ਰਾਸ਼ਨ ਲੈਣ ਵਾਲਿਆਂ ਦੀਆਂ ਨੇ ਕੜਕ ਦੀ ਠੰਡ ਦੇ। ਰਾਸ਼ਨ ਲੈਣ ਦੇ ਲਈ ਡਿਪੂਆਂ ਦੇ ਬਾਹਰ ਲੰਬੀਆਂ ਲਾਈਨਾਂ ਹੁੰਦੀਆਂ ਨੇ ਅਤੇ ਜਦੋਂ ਤੱਕ ਪਿੱਛੇ ਖੜੇ ਲੋਕਾਂ ਦੀ ਵਾਰੀ ਆਉਂਦੀ ਹੈ ਉਸ ਵੇਲੇ ਤੱਕ ਰਾਸ਼ਨ ਹਵਾ ਲੈ ਜਾਂਦਾ ਹੈ ਤੇ ਅਗਲੇ ਦਿਨ ਮੁੜ ਤੋਂ ਇਹ ਚੱਕਰ ਸ਼ੁਰੂ ਹੋ ਜਾਂਦਾ ਹੈ। ਕਈ ਦਿਨ ਹੋ ਗਏ ਮੁੜਦਿਆਂ ਨੂੰ, ਸਾਨੂੰ ਕਣਕ ਨਹੀਂ ਮਿਲ ਰਹੀ। ਘਰੇ ਵੀ ਕੰਮ ਭਾਲਦੇ ਨੇ, ਕਹਿੰਦੇ ਉੱਥੇ ਜਾ ਕੇ ਬਹਿ ਜਾਂਦੇ, ਘਰੇ ਕੰਮ ਨਹੀਂ ਕਰਦੀ ਤੂੰ। ਹੁਣ ਜੀ ਬੁੱਢਾ ਸਰੀਰ ਹੈ, ਕਿੱਥੋਂ ਕੰਮ ਕਰੀਏ ਫਿਰ। ਤੇ ਲੋਕਾਂ ਦਾ ਇਲਜ਼ਾਮ ਹੈ ਕਿ ਉਹ ਆਪਣਾ ਦਿਹਾੜੀ ਦੱਪਾ ਛੱਡ 5-5 ਦਿਨ ਰਾਸ਼ਨ ਦੇ ਲਈ ਧੱਕੇ ਖਾਂਦੇ ਨੇ ਅਤੇ 40 ਤੋਂ 50 ਕਿਲੋ ਕਣਕ ਦੇ ਲਈ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। मैं मजदूर हाँ, दिहाड़ी दप्पे करता हाँ। अज 3 दिन हो गया, चौथा दिन मेरे मूरे 150 बुढ़िया ते 150 बंदे खड़े ने। 300 तो बाद मेरा नंबर आऊगा। 19 कणक है नहीं जिन्नी कि इत्थे लाइन लगी हुई है। जबकि DFSO ਦੇ ਮੁਤਾਬਿਕ ਪ੍ਰਧਾਨਮੰਤਰੀ ਗਰੀਬ ਗ੍ਰਾਮ ਯੋਜਨਾ ਦੇ ਤਹਿਤ ਗਰੀਬਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤੇ ਇਸ ਵਾਰ ਰਾਸ਼ਨ 7% ਘੱਟ ਆਇਆ ਹੈ। ਇਸ ਵੇਲੇ ਪ੍ਰਧਾਨ ਗਰੀਬ ਗ੍ਰਾਮ ਯੋਜਨਾ 7 ਦੀ ਕਣਕ ਵੰਡੀ ਜਾ ਰਹੀ ਹੈ ਜੀ ਤੇ ਉਹ 7% ਸਾਡੇ ਕੋਲੇ ਕਣਕ ਘੱਟ ਆ ਤੇ ਉਸ ਕਰਕੇ ਲੋਕਾਂ ਨੂੰ ਇੱਕ ਬੇਵਸਾਹੀ ਜੀ ਦਾ ਮਾਹੌਲ ਬਣਿਆ ਵੀ ਸ਼ਾਇਦ ਅਸੀਂ ਨਾ ਰਹਿ ਜਾਈਏ ਤਾਂ ਕਰਕੇ ਰੈਸਟ ਕਰਦੇ ਨੇ। ਤੇ ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਪੂਰੇ ਬਰਨਾਲਾ ਦੇ ਵਿੱਚ ਸਿਰਫ 2 ਹੀ ਸਰਕਾਰੀ ਡਿਪੂ ਨੇ ਜਿਨ੍ਹਾਂ ਤੇ ਅਨਾਜ ਵੰਡਿਆ ਜਾ ਰਿਹਾ ਹੈ ਜਦਕਿ ਡਿਪੂਆਂ ਦੇ ਵਿੱਚ ਆਨਲਾਈਨ ਸਕੈਨਿੰਗ ਮਸ਼ੀਨਾਂ ਨਹੀਂ ਨੇ। ਖੈਰ ਜਦੋਂ ਸਰਕਾਰੀ ਰਾਸ਼ਨ ਲੈਣ ਦੇ ਲਈ ਪਹਿਲਾਂ ਤਾਂ ਲਾਈਨਾਂ ਦੇ ਵਿੱਚ ਲੱਗਣਾ ਪਵੇ ਤੇ ਲਾਈਨ ਦੇ ਵਿੱਚ ਲੱਗ ਕੇ ਵੀ ਜਦੋਂ ਵਾਰੀ ਤੁਹਾਡੀ ਨਾ ਆਵੇ ਯਾਨੀ ਕਈ ਦਿਨ ਦਾ ਇੰਤਜ਼ਾਰ ਕਰਨਾ ਪਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਪਾਰਲੀਮੈਂਟ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਹੈਰੀਟੇਜ ਸਿਟੀ ਦਾ ਦਰਜਾ ਦੇਣ ਦੀ ਮੰਗ ਚੁੱਕੀ ਤੇ ਪਾर्लियामेंट ने की किया वो भी ਤੁਹਾਨੂੰ ਦੱਸਦੇ। सवाल पूछने के लिए मैं खड़ा हुआ हूं। ये आज के क्वेश्चन सर वही पूछ रहा हूं सर, देश और दुनिया के करोड़ों लोगों की आस्था से जुड़ा हुआ है सर। पंजाब में श्री अनंतपुर साहब में स्थित तख्त श्री केशगढ़ साहब वो पवित्र स्थान है जहां गुरु गोबिंद सिंह जी ने 13 अप्रैल 1699 को खालसा पंथ की स्थापना करी थी। यहाँ होला मोहल्ला भी बहुत बड़ा होता है। यहाँ लोग लाखों लोग मत्था टेकने आते हैं, परमात्मा से आशीर्वाद लेने गुरु साहब के यहाँ मत्था टेकते हैं। मेरा मंत्री जी से सवाल यह है कि क्या श्री अनंतपुर साहब को हेरिटेज सिटी का दर्जा देकर और वहाँ स्पेशल फंड्स देकर विकास कार्य कर उसे एक बहुत ही विश्व प्रसिद्ध हेरिटेज सिटी बनाने के लिए अगर कोई कदम माननीय वित्त मंत्री जी उठा रहे हैं। ऑनरेबल मिनिस्टर जी जरूर इस विषय पर हम ध्यान देने वाले, क्योंकि
समय समय पर स्टेट गवर्नमेंट्स का प्रपोजल आना चाहिए। जो स्टेट गवर्नमेंट का प्रपोजल है तो जरूर करेंगे। अब जो अभी प्रस्तावित किया है वो ऑलरेडी हो चुकी है। अनंदपुर साहब की मुकद्दस धरती जिथे खालसा पंथ की स्थापना हुई, गुरु साहब के चरण पए, तो उस धरती नूं, उस पूरी सिटी नूं हैरीटेज सिटी बनाउण दी मंग राघव ਚੱਡਾ ਦੇ ਵੱਲੋਂ चुकी गई पार्लीमेंट के अंदर। उधर पंजाब दे विच कुछ दिनों तो पै रही धुंध बेशक आम लोगों नूं परेशानी लगदी होवे, पर यह धुंध फसलों के लिए देसी घ्यो साबित हो रही है। ਤੇ ਧੁੰਦ ਪੈਣ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨੇ। ਧੁੰਦ ਕਾਰਨ ਕਿੰਨੂ, ਕਣਕ, ਸਰੋਂ ਸਣੇ ਹਾੜੀ ਦੀਆਂ तमाम ਫਸਲਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਕਿਸਾਨਾਂ ਮੁਤਾਬਕ ਇਹ ਧੁੰਦ ਫਸਲਾਂ ਦੇ ਲਈ ਪਾਣੀ ਦਾ ਕੰਮ ਵੀ ਕਰ ਰਹੀ ਹੈ। 2 ਦਿਨਾਂ ਤੋਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ। ਇਸ ਦਾ ਜਿਹੜਾ ਕਿਸਾਨੀ ਸਰਕਲ ਦੇ ਵਿੱਚ ਜਿਹੜੀਆਂ ਫਸਲਾਂ ਜਿਵੇਂ ਕਣਕ, ਸਰੋਂ, ਆਪਣੇ ਛੋਲੇ ਜਾਂ ਬਾਗ ਜਾਂ ਹੋਰ ਵੀ ਫਸਲਾਂ, ਇਸ ਦਾ ਜਿਹੜਾ ਇੱਕ ਹਿਸਾਬ ਦਾ ਦੇਸੀ ਘਿਓ ਦਾ ਕੰਮ ਕਰ ਰਹੀ ਹੈ। ਸੋ ਇਹ ਕਿਸਾਨਾਂ ਨੂੰ ਬੜੇ ਬੇਸਬਰੀ ਦਾ ਇੰਤਜ਼ਾਰ ਸੀ। ਧੁੰਦ ਦਾ ਫਾਇਦਾ ਸਿਰਫ ਕਿਸਾਨ ਹੀ ਨਹੀਂ ਸਗੋਂ ਰੇਹਾਂ ਸਪਰੇਹਾਂ ਦੇ ਵਪਾਰੀਆਂ ਨੂੰ ਵੀ ਹੈ, ਕਿਉਂਕਿ ਜਦੋਂ ਚੰਗੀਆਂ ਫਸਲਾਂ ਹੋਣਗੀਆਂ ਤਾਂ ਉਹਨਾਂ ਦੀ ਵਿਕਰੀ ਵੀ ਵਧੇਗੀ। ਅਸੀਂ ਵੀ ਬੜੇ ਖੁਸ਼ ਹਾਂ। ਅਸੀਂ ਦੁਕਾਨਦਾਰ ਭਰਾ, ਸਾਡੀ ਵੀ ਸਪਰੇਆਂ ਦੇ ਕੰਮ ਨੇ, ਬਿਜ਼ਨਸ ਹੈ। ਨਰਮੇ ਸਾਡੇ ਏਰੀਏ 'ਚ ਹੋਏ ਨਹੀਂ, ਬਾਗ ਵੀ ਨਹੀਂ ਹੋਏ, ਇਸ ਕਰਕੇ ਜ਼ਿਮੀਂਦਾਰ ਬਹੁਤ ਹੀ ਮਾੜੇ ਹਾਲਾਤਾਂ 'ਚੋਂ ਜੂਝ ਰਿਹਾ ਹੈ। ਜੋ ਆ ਕੱਲ ਦੀ 2 ਦਿਨ ਤੋਂ ਧੁੰਦ ਪੈ ਰਹੀ ਹੈ, ਕਣਕਾਂ ਨੂੰ ਤੇ ਸਰੋਂ ਨੂੰ ਬਹੁਤ ਵੱਡਾ ਫਾਇਦੇਮੰਦ ਹੈ। ਤਾਂ ਧੁੰਦ ਫਸਲਾਂ ਦੇ ਲਈ ਰਾਹੇਵੰਦ ਹੈ, ਪਰ ਰਾਹਗੀਰਾਂ ਨੂੰ ਇਸ ਫਾਇਦੇਮੰਦ ਧੁੰਦ ਤੋਂ ਬਚਣ ਦੀ ਲੋੜ ਹੈ, ਕਿਉਂਕਿ ਤੁਸੀਂ ਆਮ ਲੋਕਾਂ ਦੇ ਲਈ ਸਿਰਫ ਰਾਹਗੀਰ ਹੋ, ਪਰ ਘਰ 'ਚ ਬੈਠੇ ਤੁਹਾਡੇ ਮਾਂ-ਬਾਪ ਅਤੇ ਬੱਚਿਆਂ ਦੇ ਲਈ ਪੂਰੀ ਦੁਨੀਆ। जी हाँ, थोड़ा जिहा ख्याल तुहानूं जरूर रखना होएगा जो खास तौर पर तुसीं बाहर निकलो, और इस चीज़ का ध्यान रखो कि धुंध ज़्यादा है, इस करके रफ्तार गड्डी की हौली ही रखनी होगी। अगे वधदे ते गल हुण होवेगी इतिहास की। 22 दिसंबर का इतिहास की कहंदा ਉਹ ਤੁਹਾਨੂੰ ਦੱਸਾਂਗੇ। जी हाँ, 22 दिसंबर का इतिहास जुड़िया होया है ट्रेन दे नाल, माल गड्डी दे नाल। देश दे विच पहली माल गड्डी चलाई गई सी 22 दिसंबर के ही दिन। देश दे विच सब तो पहली माल गड्डी 22 दिसंबर 1851 ਨੂੰ ਚਲਾਈ ਗਈ। ਇਹ ਮਾਲ ਗੱਡੀ ਰੁੜਕੀ ਤੋਂ ਪਿਰਾਨ ਕਲੀਅਰ ਦੇ ਵਿਚਾਲੇ ਚੱਲੀ, ਜੋ ਹੁਣ ਫਿਲਹਾਲ ਉੱਤਰਾਖੰਡ ਸੂਬੇ ਦੇ ਵਿੱਚ ਹੈ। ਰੁੜਕੀ ਤੋਂ ਪਿਰਾਨ ਕਲੀਅਰ ਤੱਕ ਵਿਛਾਏ ਗਏ ਰੇਲਵੇ ਟਰੈਕ ਦੇ ਉੱਤੇ ਭਾਫ ਇੰਜਨ ਦੇ ਨਾਲ ਚੱਲਣ ਵਾਲੀਆਂ 2 ਬੋਗੀਆਂ ਦੀ ਮਾਲ ਗੱਡੀ ਚਲਾਈ ਗਈ ਸੀ। ਇਸ ਗੱਡੀ ਤੋਂ ਰੁੜਕੀ ਦੇ ਵਿੱਚ ਕਿਸਾਨਾਂ ਦੇ ਲਈ ਮਿੱਟੀ ਅਤੇ ਕੰਸਟਰਕਸ਼ਨ ਦਾ ਸਮਾਨ ਭੇਜਿਆ ਗਿਆ ਸੀ। ਤਾਂ ਇਤਿਹਾਸਿਕ ਦਿਨ ਹੈ, ਕਿਉਂਕਿ ਟ੍ਰੇਨ ਦੀ ਵਜ੍ਹਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸੁਖਾਲੀਆਂ ਹੋ ਗਈਆਂ। ਉਸ ਤੋਂ ਬਾਅਦ ਹੌਲੀ ਹੌਲੀ ਟਰੈਕ ਪੂਰੇ ਦੇਸ਼ ਦੇ ਵਿੱਚ ਫੈਲਦੇ ਗਏ। ਬਹੁਤ ਵੱਡਾ ਨੈਟਵਰਕ ਇਸ ਸਮੇਂ ਭਾਰਤ ਦੇ ਵਿੱਚ ਰੇਲਵੇ ਦਾ ਹੈ, ਔਰ ਮਾਲ ਗੱਡੀਆਂ ਦੇ ਜ਼ਰੀਏ ਬਹੁਤ ਵੱਡੇ ਵੱਡੇ ਜਿਹੜੇ ਸਮਾਨ ਨੇ ਜਾਂ ਫਿਰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਚੀਜ਼ਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਰਕਾਰੀ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਦੇ ਲਈ ਮੁੱਖ ਮੰਤਰੀ ਇੱਕ ਸੁਨੇਹਾ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ 24 ਦਸੰਬਰ ਨੂੰ ਤੁਸੀਂ ਪੇਰੈਂਟਸ ਟੀਚਰ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚੋ। ਮੈਗਾ ਪੀਟੀਐਮ ਦੇ ਲਈ ਸਰਕਾਰੀ ਮੁਲਾਜ਼ਮਾਂ ਨੂੰ 2 ਘੰਟੇ ਦੀ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਸਾਰੇ ਮਾਪਿਆਂ ਨੂੰ ਪੀਟੀਐਮ ਦੇ ਵਿੱਚ ਹਾਜ਼ਰ ਹੋਣ ਦੀ ਅਪੀਲ ਸੀਐਮ ਕਰ ਰਹੇ ਨੇ। ਕਾਬਿਲੇ ਗੌਰ ਹੈ ਕਿ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਉਹ ਸਰਕਾਰੀ ਮੁਲਾਜ਼ਮ ਨੇ, ਯਾਨੀ ਕਿ ਜੇਕਰ ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ ਤੇ ਤੁਹਾਡਾ ਬੇਟਾ ਜਾਂ ਬੇਟੀ ਪੜ੍ਹਦੇ ਨੇ ਸਰਕਾਰੀ ਸਕੂਲ ਦੇ ਵਿੱਚ, ਤਾਂ ਫਿਰ ਤੁਹਾਨੂੰ 2 ਘੰਟੇ ਦੀ ਛੁੱਟੀ ਮਿਲੇਗੀ ਸ਼ਨੀਵਾਰ ਦੇ ਦਿਨ 24 ਤਰੀਕ ਨੂੰ, ਤਾਂ ਕਿ ਤੁਸੀਂ ਆਪਣੇ ਬੱਚੇ ਦੇ ਲਈ ਪੇਰੈਂਟਸ ਟੀਚਰ ਮੀਟਿੰਗ ਦੇ ਵਿੱਚ ਪਹੁੰਚ ਸਕੋ, ਉੱਥੇ ਜਾ ਕੇ ਟੀਚਰਸ ਦੇ ਨਾਲ ਗੱਲਬਾਤ ਕਰ ਸਕੋ। ਪੰਜਾਬ ਸਰਕਾਰ 24 ਦਸੰਬਰ ਦਿਨ ਸ਼ਨੀਵਾਰ ਨੂੰ ਸਾਰੇ ਸਰਕਾਰੀ ਸਕੂਲਾਂ 'ਚ ਇੱਕ ਮੈਗਾ ਪੀਟੀਐਮ ਕਰ ਰਹੀ ਹੈ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਿੰਨਾ ਯੋਗਦਾਨ ਬੱਚੇ ਦੀ ਪੜ੍ਹਾਈ 'ਚ ਅਧਿਆਪਕ ਦਾ ਹੁੰਦਾ ਹੈ, ਉਹਨਾਂ ਮਾਤਾ ਪਿਤਾ ਦਾ ਵੀ ਹੁੰਦਾ ਹੈ। ਇਸ ਕਰਕੇ 24 ਦਸੰਬਰ ਨੂੰ ਤੁਸੀਂ ਆਪਣੇ ਬੱਚੇ ਦੇ ਸਕੂਲ ਜ਼ਰੂਰ ਆਉਣਾ, ਚਾਹੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਛੱਡਣਾ ਪਵੇ। ਅਨਾਉਂਸਮੈਂਟ ਕਰਦਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਨੂੰ ਅਸੀਂ 24 ਤਰੀਕ ਨੂੰ ਸ਼ਨੀਵਾਰ ਨੂੰ 2 ਘੰਟੇ ਦੀ ਛੁੱਟੀ ਦੇਵਾਂਗੇ, ਤਾਂ ਕਿ ਉਹ ਆਪਣੇ ਬੱਚੇ ਦੇ ਸਕੂਲ 'ਚ ਜਾ ਕੇ ਅਧਿਆਪਕ ਮਾਪੇ ਮਿਲਣੀ ਦੇ ਵਿੱਚ ਹਿੱਸਾ ਲੈ ਸਕਣ। ਆਪਣੇ ਬੱਚਿਆਂ ਦੀ ਪਰਫਾਰਮੈਂਸ ਦੀ ਰਿਪੋਰਟ ਲਓਗੇ, ਘਰੇ ਉਹ ਕੀ ਕਰਦਾ ਇਹ ਵੀ ਦੱਸੋਗੇ, ਸਕੂਲ ਦੇ ਵਿੱਚ ਉਹਦੀਆਂ ਕੀ ਐਕਟੀਵਿਟੀਆਂ ਨੇ ਇਹ ਤੁਹਾਨੂੰ ਅਧਿਆਪਕ ਦੱਸਣਗੇ। ਸੋ 24 ਦਸੰਬਰ ਤਾਂ 24 ਤਰੀਕ ਦਿਨ ਸ਼ਨੀਵਾਰ, ਆਉਂਦਾ ਸ਼ਨੀਵਾਰ, ਜਦੋਂ ਤੁਸੀਂ ਆਪਣੇ ਬੱਚਿਆਂ ਦੇ ਲਈ ਪੇਰੈਂਟਸ ਤੇ ਟੀਚਰਸ ਦੀ ਜੋ ਮੀਟਿੰਗ ਹੈ, ਯਾਨੀ ਟੀਚਰਸ ਦੇ ਨਾਲ ਗੱਲਬਾਤ ਕਰਨ ਦੇ ਲਈ ਤੁਸੀਂ ਸਕੂਲ ਜਾਓ,
ਸੀਐਮ ਅਪੀਲ ਕਰ ਰਹੇ ਨੇ ਕਿ ਜ਼ਰੂਰੀ ਕੰਮ ਹੋਵੇ ਉਹ ਵੀ ਛੱਡ ਕੇ ਬੱਚਿਆਂ ਦੇ ਭਵਿੱਖ ਦੇ ਲਈ ਇਸ ਪੀਟੀਐਮ ਦੇ ਵਿੱਚ ਸ਼ਾਮਲ ਜ਼ਰੂਰ ਹੋਵੋ। ਖੈਰ, ਜਦੋਂ ਪੀਟੀਐਮ ਦੇ ਵਿੱਚ ਮਾਪੇ ਪਹੁੰਚਦੇ ਨੇ, ਟੀਚਰਾਂ ਦੇ ਨਾਲ ਗੱਲਬਾਤ ਕਰਦੇ ਨੇ, ਬੱਚਿਆਂ ਦੇ ਵਿਕਾਸ ਦੇ ਲਈ ਕਦਮ ਚੁੱਕੇ ਜਾਂਦੇ ਨੇ, ਫਿਰ ਫਰਕ ਤਾਂ ਪੈਂਦਾ